ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਛੰਤ ਮਹੱਲਾ ਪਹਿਲਾ। ਸੁਣ ਨਹਾ ਪ੍ਰਭੂ ਜੀਓ, ਇਕ ਲੜੀ ਬਨ ਮਾਹੇ। ਕਿਉ ਧੀਰੈਗੀ ਨਹਾ ਬਿਨਾ, ਪ੍ਰਭ ਬੇਪਰਵਾਹੇ। ਧਨ ਨਹ ਬਾਝੋਂ ਰਹਿ ਨਾ ਸਕੈ, ਬਿਖਮ ਰਹਿਣ ਕਨੇਰਿਆ। ਨਹ ਨੀਂਦ ਆਵੈ ਪ੍ਰੇਮ ਭਾਵੈ, ਸੁਣ ਬੇਨੰਤੀ ਮੇਰੀਆ। ਬਾਝੋਂ ਪਿਆਰੇ ਕੋਇ ਨਾ ਸਾਰੇ, ਇਕ ਲੜੀ ਕੁਰਲਾਏ। ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁਖ ਪਾਏ। ਬਾਝੋਂ ਪਿਆਰੇ ਕੋਇ ਨਾ ਸਾਰੇ, ਇਕ ਲੜੀ ਕੁਰਲਾਏ। ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ, ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਕਾਫੀ ਸਮੇਂ ਤੋਂ ਵਿਚਾਰ ਚੱਲ ਰਹੀ ਸੀ। ਕਰੋਨਾ ਦੀ ਬਿਮਾਰੀ ਕਰਕੇ ਇੱਥੇ ਵਿਸ਼ਰਾਮ ਦਿੱਤਾ ਗਿਆ ਸੀ। ਗੁਰੂ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਹੀ ਵਿਸ਼ਰਾਮ ਦਿੱਤਾ ਸੀ 243 ਅੰਗ ਤੋਂ ਲੜੀਵਾਰ ਕਥਾ ਪ੍ਰਾਰੰਭ ਹੈ। ਗੌੜੀ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਰਾਮ ਥੰਮਣ ਜੀ ਨੂੰ ਨਿਹਾਲ ਕੀਤਾ ਸੀ ਤਾਂ ਇਸ ਦੇ ਨਾਲ ਹੋਰ ਸੇਵਕ ਸਮਦਰਸ਼ੀ ਸੀ। ਉਸ ਨੇ ਗੁਰੂ ਸਾਹਿਬ ਜੀ ਦੇ ਚਰਨ ਪਕੜ ਲਏ ਰਾਮ ਥੰਮਣ ਨੇ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਇਹ ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ। ਉਸ ਨੇ ਜੋ ਕਿਹਾ ਰਾਮ ਥੰਮਣ ਨੇ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਨੂੰ 3 ਸਖੀਆਂ ਦੇ ਸੰਵਾਦ ਦੁਆਰਾ ਆਪਣੇ ਮੁਖ ਨਾਲ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਕਹਿਣ ਲੱਗੇ, ਸੁਣ ਨਾਹ ਪ੍ਰਭੂ ਜੀਓ ਕਿ ਹੇ ਨਾਹ ਹੈ ਪਤੀ ਪਰਮੇਸ਼ਰ ਜੀ, ਮੇਰੀ ਬੇਨਤੀ ਨੂੰ ਸੁਣਨਾ ਕਰੋ। ਮੈਂ ਸੰਸਾਰ ਰੂਪੀ ਬਣ, ਸੰਸਾਰ ਰੂਪੀ ਜੰਗਲ ਵਿੱਚ ਏਕਲੜੀ ਇਕੱਲੀ ਹਾਂ ਕਿ ਹੇ ਪਤੀ ਪਰਮੇਸ਼ਰ ਜੀ, ਮੇਰੀ ਬੇਨਤੀ ਸੁਣਨਾ ਕਰੋ। ਰਾਮ ਥੰਮਣ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਮੇਰੀ ਬੇਨਤੀ ਸੁਣਨਾ ਕਰੋ। ਮੈਂ ਸੰਸਾਰ ਰੂਪੀ ਜੰਗਲ ਦੇ ਵਿੱਚ ਏਕਲੜੀ ਇਕੱਲੀ ਹਾਂ। ਸੰਸਾਰ ਵਿੱਚ ਸਭ ਮਤਬਲੀ ਲੋਕ ਹਨ। ਸੰਸਾਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਭਾਰੀ ਜੰਗਲ ਦੇ ਵਿੱਚ ਇਕੱਲੀ ਦੁਖੀ ਹੋ ਰਹੀ ਹਾਂ। ਕਿਉਂ ਧੀ ਰਹਿ ਨਾਹ ਬਿਨਾ ਪ੍ਰਭ ਬੇਪਰਵਾਹੇ ਕਿ ਹੇ ਨਾਹ ਪਤੀ ਪ੍ਰਭੂ ਜੀ, ਆਪ ਜੀ ਦੀ ਪ੍ਰਾਪਤੀ ਤੋਂ ਬਗੈਰ ਕਿਉਂ ਕਿਵੇਂ ਮੇਰੀ ਸੁਰਤ ਧੀਰਜ ਦੇ ਸਹਿਤ ਹੋਵੇਗੀ, ਕਿ ਮੇਰੀ ਸੁਰਤ ਕਿਵੇਂ ਟਿਕੇਗੀ। ਕਿਉਂਕਿ ਆਪ ਜੀ ਤਾਂ ਬੇਪਰਵਾਹੇ ਬੇਮਥਾਜ ਹੋ। ਧਨ ਨਾਹਾਂ ਬਾਝੋਂ ਰਹਿ ਨਾ ਸਕੈ ਬਿਨ ਰੈਣ ਕਨੇਰੀਆ। ਮਹਾਰਾਜ ਜੀ, ਜਿਵੇਂ ਧਨ ਇਸਤਰੀ ਪਤੀ ਤੋਂ ਬਿਨਾਂ ਰਹਿ ਨਹੀਂ ਸਕਦੀ, ਉਸ ਦੀ ਰਾਤ ਕਨੇਰੀਆ ਬੜੀ ਬਿਖਮ ਕਾਠਨ ਬਤੀਤ ਹੁੰਦੀ ਹੈ। ਧਨ ਨਾਹ ਬਾਝੋਂ ਰਹਿ ਨਾ ਸਕੈ ਬਿਖਮ ਰੈਣ ਕਨੇਰੀਆ, ਕਿ ਜਿਵੇਂ ਇਸਤਰੀ ਪਤੀ ਤੋਂ ਬਾਝੋਂ ਬਿਨਾਂ ਰਹਿ ਨਹੀਂ ਸਕਦੀ, ਉਸ ਦੀ ਰਾਤ ਰੈਣ ਕਨੇਰੀਆ ਬੜੀ ਕਠਨ ਬਤੀਤ ਹੁੰਦੀ ਹੈ। ਇਸੇ ਪ੍ਰਕਾਰ ਹੇ ਪਤੀ ਪਰਮੇਸ਼ਰ, ਮੇਰੀ ਜੀਵ ਰੂਪ ਇਸਤਰੀ ਦੀ ਸੁਰਤ ਤੇਰੀ ਪ੍ਰਾਪਤੀ ਤੋਂ ਬਗੈਰ ਰਹਿ ਨਹੀਂ ਸਕਦੀ। ਇਸੇ ਲਈ ਮੇਰੀ ਅਵਸਥਾ ਮੇਰੀ ਉਮਰ ਰੂਪੀ ਰਾਤ ਬੜੀ ਕਠਨ ਬਤੀਤ ਹੋ ਰਹੀ ਹੈ। ਨਹਿ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ। ਹੇ ਮਹਾਰਾਜ, ਮੈਨੂੰ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਕਿਉਂਕਿ ਮੈਨੂੰ ਆਪ ਜੀ ਦਾ ਪ੍ਰੇਮ ਚੰਗਾ ਲੱਗਦਾ ਹੈ। ਆਪ ਜੀ ਦਾ ਪ੍ਰੇਮ ਚੰਗਾ ਲੱਗਦਾ ਹੈ। ਇਸੇ ਪ੍ਰਕਾਰ ਮੇਰੇ ਧਨ, ਇਸੇ ਪ੍ਰਕਾਰ ਮੇਰੇ ਮਨ ਬੁੱਧੀ ਰੂਪੀ ਨੇਤਰਾਂ ਵਿੱਚ ਅਵਿਦਿਆ ਆਲਸ ਰੂਪ ਨੀਂਦ ਨਹੀਂ ਆਉਂਦੀ, ਕਿਉਂਕਿ ਤੁਹਾਡਾ ਪ੍ਰੇਮ ਸਾਨੂੰ ਚੰਗਾ ਲੱਗਦਾ ਹੈ। ਭਾਵ ਅਸੀਂ ਪ੍ਰੇਮ ਦੀ ਭਾਵਨਾ ਵਿੱਚ ਜੁੜੇ ਹੋਏ ਹਾਂ ਕਿ ਕਦੋਂ ਆ ਕੇ ਪ੍ਰਾਪਤ ਹੋਵੋ। ਹੇ ਸੱਚੇ ਪਾਤਸ਼ਾਹ, ਸੁਣ ਬੇਨੰਤੀ ਮੇਰੀਆ, ਕਿ ਮੇਰੀ ਇਸ ਬੇਨਤੀ ਨੂੰ ਸੁਣਨਾ ਕਰੋ। ਬਾਝੋਂ ਪਿਆਰੇ ਕੋਏ ਨਾ ਸਾਰੇ ਏਕਲੜੀ ਕਰ ਲਾਏ। ਮਹਾਰਾਜ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਮੇਰੀ ਹੋਰ ਕੋਈ ਵੀ ਸੰਭਾਲ ਨਹੀਂ ਕਰ ਸਕਦਾ। ਬਾਝੋਂ ਪਿਆਰੇ ਕੋਏ ਨਾ ਸਾਰੇ। ਹੇ ਮੇਰੇ ਪਿਆਰੇ ਅਕਾਲ ਪੁਰਖ, ਆਪ ਜੀ ਤੋਂ ਬਾਝੋਂ, ਆਪ ਜੀ ਤੋਂ ਬਿਨਾਂ ਮੇਰੀ ਹੋਰ ਕੋਈ ਵੀ ਸੰਭਾਲ ਨਹੀਂ ਕਰ ਸਕਦਾ। ਆਪ ਜੀ ਤੋਂ ਬਿਨਾਂ ਮੈਨੂੰ ਕੌਣ ਸੰਭਾਲੇਗਾ। ਜਿਵੇਂ ਡਾਰ ਤੋਂ ਵਿਛੜ ਕੇ ਕੂੰਜ ਕਰਲਾਉਂਦੀ ਹੈ, ਡਾਰ ਤੋਂ ਵਿਛੜ ਕੇ ਕੂੰਜ ਕਰਲਾਉਂਦੀ ਹੈ, ਇਸੇ ਪ੍ਰਕਾਰ ਇਹ ਮੇਰੀ ਜਿੰਦ ਏਕਲੜੀ ਕੁਰਲਾਏ, ਏਕਲੜੀ ਇਕੱਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਸ ਪਈ ਦੁਖੀ ਹੋਈ ਕਰਲਾਉਂਦੀ ਹੈ, ਬਿਰਲਾਪ ਕਰਦੀ ਹੈ। ਆਪ ਮੇਰੀ ਸਹਾਇਤਾ ਕਰੋ। ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁਖ ਪਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਜੀਵ ਰੂਪੀ ਇਸਤਰੀ ਗੁਰਾਂ ਦੀ ਮਿਲਾਈ ਹੋਈ ਹੀ ਪਤੀ ਪਰਮੇਸ਼ਰ ਦੇ ਨਾਲ ਮਿਲ ਸਕਦੀ ਹੈ। ਨਾਨਕ ਸਾ ਧਨ ਮਿਲੈ ਮਿਲਾਈ,
ਕਿ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਜੀਵ ਰੂਪੀ ਇਸਤਰੀ ਗੁਰਾਂ ਦੀ ਮਿਲਾਈ ਹੋਈ ਪਤੀ ਪਰਮੇਸ਼ਰ ਨਾਲ ਮਿਲ ਸਕਦੀ ਹੈ, ਪਰ ਬਿਨ ਪ੍ਰੀਤਮ ਦੁੱਖ ਪਾਏ। ਪਰ ਬਿਨਾ ਪ੍ਰੀਤਮ ਬਿਨਾ ਪਿਆਰੇ ਅਕਾਲ ਪੁਰਖ ਤੋਂ ਜੀਵ ਰੂਪ ਇਸਤਰੀ ਜੰਮਣ ਮਰਨ ਦਾ ਦੁੱਖ ਹੀ ਪਾਉਣਾ ਕਰੇਗੀ। ਫਿਰ ਛੋਡੀ ਅੜੀ ਜੀਉ ਕਾਵਣ ਮਿਲਾਵੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਕਿ ਹੇ ਮਹਾਤਮਾ ਰੂਪੀ ਸਖੀ, ਜਿਸ ਇਸਤਰੀ ਵਿੱਚ ਔਗਣ ਜਾਣ ਕੇ ਉਸ ਨੂੰ ਪੈਰ ਛੋਡੀ ਅੜੀ ਜੀਓ, ਫਿਰ ਪਤੀ ਨੇ ਛੱਡ ਦਿੱਤੀ ਹੋਵੇ, ਉਸ ਨੂੰ ਪਤੀ ਦੇ ਨਾਲ ਕਾਵਣ ਮਿਲਾਵੈ, ਕੌਣ ਮਿਲਾਉਣਾ ਕਰ ਸਕਦਾ ਹੈ। ਹੇ ਅਕਾਲ ਪੁਰਖ ਪਤੀ, ਤੂੰ ਸਾਨੂੰ ਔਗਣਾ ਵਾਲੇ ਜਾਣ ਕੇ ਛੋਡੇ ਅੜੀ ਛੱਡ ਦਿੱਤਾ ਹੈ, ਹੁਣ ਸਾਨੂੰ ਤੁਹਾਡੇ ਨਾਲ ਕੌਣ ਮਿਲਾਵੇਗਾ। ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ। ਹੇ ਜਗਿਆਸੂ ਰੂਪੀ ਸਖੀ, ਪਰਮੇਸ਼ਰ ਦੇ ਨਾਲ ਮਿਲਣ ਦਾ ਇਹੋ ਉਪਾਅ ਹੈ, ਜਿਸ ਦੀ ਪਰਮੇਸ਼ਰ ਦੇ ਨਾਮ ਰਸ ਵਿੱਚ ਜੀਓ ਜਿੰਦ ਪ੍ਰੇਮ ਨਾਲ ਮਿਲੀ ਹੋਈ ਹੈ। ਉਹ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਸੁਹਾਵੈ ਸੋਭਨੀਕ ਹੁੰਦੀ ਹੈ। ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ। ਹੇ ਜਗਿਆਸੂ ਰੂਪੀ ਸਖੀ, ਪਰਮੇਸ਼ਰ ਦੇ ਨਾਲ ਮਿਲਣ ਦਾ ਇਹ ਉਪਾਅ ਹੈ, ਜਿਸ ਦੀ ਪਰਮੇਸ਼ਰ ਦੇ ਨਾਮ ਵਿੱਚ, ਨਾਮ ਰਸ ਵਿੱਚ ਜੀਓ ਜਿੰਦ ਪ੍ਰੇਮ ਨਾਲ ਮਿਲੀ ਹੋਈ ਹੈ। ਉਹ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਸੋਭਨੀਕ ਹੁੰਦੀ ਹੈ। ਇਸੇ ਪ੍ਰਕਾਰ ਦੁਨੀਆ ਦੇ ਜੋਗ ਰਸ ਭੋਗ ਰਸ ਰਸ ਕਸ 37 ਪ੍ਰਕਾਰ ਦੇ ਭੋਜਨਾਂ ਦੇ ਰਸ ਨੂੰ ਛੱਡ ਕੇ ਜਿਸ ਨੂੰ ਪ੍ਰੇਮ ਦਾ ਰਸ ਪ੍ਰਾਪਤ ਹੋਇਆ ਹੈ ਅਤੇ ਜਿਸ ਦੀ ਬਿਰਤੀ ਪ੍ਰੇਮ ਰਸ ਵਿੱਚ ਮਿਲੀ ਹੈ, ਉਹ ਗੁਰਾਂ ਦੇ ਸ਼ਬਦ ਦੁਆਰਾ, ਗੁਰਾਂ ਦੀ ਬਾਣੀ, ਬਾਣੀ ਦੀ ਵਿਚਾਰ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਸੁਹਾਵੈ ਸੋਭਨੀਕ ਹੁੰਦੀ ਹੈ। ਸ਼ਬਦੇ ਸੁਹਾਵੈ ਤਾਂ ਪਤ ਪਾਵੈ, ਦੀਪਕ ਦੇਹ ਉਜਾਰੈ। ਜਦ ਗੁਰਾਂ ਦੇ ਸ਼ਬਦ, ਜਦ ਗੁਰਾਂ ਦੇ ਨਾਮ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੋਭਨੀਕ ਹੋ ਜਾਵੇ ਤਾਂ ਪਤ ਪਾਵੈ, ਤਾਂ ਪਾਤਪਤੀ ਅਕਾਲ ਪੁਰਖ ਨੂੰ ਪਾ ਸਕਦੀ ਹੈ। ਸ਼ਬਦੇ ਸੁਹਾਵੈ ਤਾਂ ਪਤ ਪਾਵੈ। ਜਦ ਗੁਰਾਂ ਦੇ ਸ਼ਬਦੇ, ਗੁਰਾਂ ਦੇ ਨਾਮ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੋਭਨੀਕ ਹੋ ਜਾਵੇ ਤਾਂ ਪਤੀ ਅਕਾਲ ਪੁਰਖ ਨੂੰ ਪਾ ਸਕਦੀ ਹੈ। ਅਤੇ ਜਿਸ ਦੇ ਦੇਹ ਰੂਪੀ ਮੰਦਰ ਵਿੱਚ ਸ਼ਬਦ ਦਾ ਦੀਵਾ ਉਜਾਰੈ, ਪ੍ਰਕਾਸ਼ ਹੋ ਜਾਂਦਾ ਹੈ, ਜਿਸ ਦੇ ਅੰਤਹਿਕਰਨ ਦੇ ਅੰਦਰ, ਹਿਰਦੇ ਦੇ ਅੰਦਰ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਫਿਰ ਸੋਭਨੀਕ ਹੋ ਜਾਂਦੀ ਹੈ। ਸੁਣ ਸਖੀ ਸਹੇਲੀ ਸਾਚ ਸੁਹੇਲੀ, ਸਾਚੇ ਕੇ ਗੁਣ ਸਾਰੈ। ਹੇ ਸਖੀਓ, ਪਿਆਰਿਓ, ਸਹੇਲਿਓ, ਸੁਣੋ, ਸੱਚੇ ਨਾਮ ਕਰਕੇ ਸੰਸਾਰ ਵਿੱਚ ਸੁਖੀ ਹੋਈਦਾ ਹੈ। ਸੁਣ ਸਖੀ, ਹੇ ਸਖੀ, ਪਿਆਰਿਓ, ਸਹੇਲਿਓ, ਸੁਣੋ ਕਿ ਸੱਚੇ ਨਾਮ ਕਰਕੇ ਸੰਸਾਰ ਵਿੱਚ ਸੁਖੀ ਹੋਈਦਾ ਹੈ, ਸੁਖ ਪਾਈਦਾ ਹੈ। ਇਸ ਲਈ ਸਾਚੇ ਕੇ ਗੁਣ ਸਾਰੈ। ਇਸ ਲਈ ਤੁਸੀਂ ਵੀ ਸੱਚੇ ਦੇ ਗੁਣਾਂ ਨੂੰ, ਉਸ ਪਰਮੇਸ਼ਰ ਦੇ ਗੁਣਾਂ ਨੂੰ ਸਾਰਾ ਸੰਭਾਲਣਾ ਕਰੋ। ਉਸ ਪਰਮੇਸ਼ਰ ਦੇ ਗੁਣ, ਉਸ ਪਰਮੇਸ਼ਰ ਦਾ ਨਾਮ ਸੰਭਾਲਣਾ ਕਰੋ, ਤਾਂ ਸੰਸਾਰ ਤੋਂ ਸੁਖੀ ਹੋ ਜਾਵੋਗੀਆਂ। ਸਤਿਗੁਰ ਮੇਲੀ ਤਾਂ ਫਿਰ ਰਾਵੀ, ਬਿਗਸੀ ਅੰਮ੍ਰਿਤ ਬਾਣੀ। ਜਦੋਂ ਸਤਿਗੁਰੂ ਜੀ ਨੇ ਸ਼ਬਦ ਦੁਆਰਾ ਪਰਮੇਸ਼ਰ ਨਾਲ ਮੇਲਣਾ ਕੀਤਾ, ਤਦੋਂ ਪਤੀ ਪਰਮੇਸ਼ਰ ਨੇ ਰਾਵੀ ਬਾਣੀ ਭਾਵ ਅਭੇਦ ਕਰ ਲਈ
ਅਤੇ ਗੁਰ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਕਰਕੇ ਸ਼ੁਭ ਗੁਣਾਂ ਦੀ ਫੁਲਵਾੜੀ ਸਹਿਤ ਚਿੱਤ ਦੀ ਬਿਰਤੀ ਖਿੜ ਗਈ ਹੈ। ਨਾਨਕ ਸਾ ਧਨ ਤਾਂ ਪਿਰ ਰਾਵੈ, ਜਾਂ ਤਿਸ ਕੈ ਮਨ ਭਾਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਗਿਆਸੂ ਰੂਪੀ ਇਸਤਰੀ, ਆਵਾਸ ਬਿਰਤੀ ਰੂਪੀ ਇਸਤਰੀ ਤਦੋਂ ਹੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਣ ਸਕਦੀ ਹੈ ਜਦੋਂ ਉਸ ਪਤੀ ਅਕਾਲ ਪੁਰਖ ਦੇ ਮਨ ਵਿੱਚ ਭਾਣੀ ਚੰਗੀ ਲੱਗਦੀ ਹੈ ਕਿ ਨਾਨਕ ਸਾ ਧਨ ਤਾਂ ਪਿਰ ਰਾਵੈ, ਜਾਂ ਤਿਸ ਕੈ ਮਨ ਭਾਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਗਿਆਸੂ ਰੂਪ ਇਸਤਰੀ, ਆਭਾਸ ਬਿਰਤੀ ਰੂਪ ਇਸਤਰੀ ਤਦੋਂ ਹੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ, ਖੁਸ਼ੀਆਂ ਨੂੰ ਮਾਣ ਸਕਦੀ ਹੈ ਜਦੋਂ ਉਸ ਪਤੀ ਅਕਾਲ ਪੁਰਖ ਦੇ ਮਨ ਵਿੱਚ ਭਾ ਜਾਂਦੀ ਹੈ, ਚੰਗੀ ਲੱਗਦੀ ਹੈ। ਮਾਇਆ ਮੋਹਣੀ ਨੀ ਘਰੀਆ ਜੀਓ, ਕੂੜ ਮੁੱਠੀ ਕੁੜਿਆਰੇ। ਇਹ ਜੀਓ ਜੀਵ ਰੂਪ ਇਸਤਰੀ ਮੋਹਣੀ, ਮਨ ਨੂੰ ਮੋਹਤ ਕਰਨ ਵਾਲੀ ਮਾਇਆ ਦੇ ਵਿੱਚ ਫਸੀ ਹੋਈ, ਨੀ ਘਰੀਆ ਬੇਘਰ ਹੋਈ ਫਿਰਦੀ ਹੈ। ਮਾਇਆ ਮੋਹਣੀ ਨੀ ਘਰੀਆ ਜੀਓ, ਕੂੜ ਮੁੱਠੀ ਕੁੜਿਆਰੇ। ਕਿ ਇਹ ਜੀਵ ਰੂਪ ਇਸਤਰੀ ਮੋਹਣੀ, ਮਨ ਨੂੰ ਮੋਹਤ ਕਰਨ ਵਾਲੀ ਮਾਇਆ ਦੇ ਵਿੱਚ ਫਸੀ ਹੋਈ, ਨੀ ਘਰੀਆ ਬੇਘਰ ਹੋਈ ਫਿਰਦੀ ਹੈ। ਭਾਵ ਸਰੂਪ ਰੂਪੀ ਘਰ ਤੋਂ ਉਜੜੀ ਫਿਰਦੀ ਹੈ, ਭਾਵ ਨੀ ਘਰੀ ਫਿਰਦੀ ਹੈ ਅਤੇ ਕੁੜਿਆਰੇ ਝੂਠੇ ਪਦਾਰਥਾਂ ਦੇ ਝੂਠ ਬੋਲਣ ਕਰਕੇ ਲੁੱਟੀ ਗਈ ਹੈ। ਕਿਉਂ ਖੂਲੈ ਗਲ ਜੇਵੜੀਆ ਜੀਓ, ਬਿਨ ਗੁਰ ਅਤ ਪਿਆਰੇ। ਜਦੋਂ ਇਹ ਨੀ ਘਰਿਆ ਹੋਈ ਫਿਰਦੀ ਹੈ, ਇਹ ਲੁੱਟੀ ਗਈ ਹੈ, ਇਹ ਪਦਾਰਥਾਂ ਵਿੱਚ ਫਸੀ ਹੋਈ ਹੈ। ਕਿਉਂ ਖੁੱਲ੍ਹੈ ਗਲ ਜੇਵੜੀਆ, ਗੁਰੂ ਸਾਹਿਬ ਜੀ ਅਤਿਅੰਤ ਪਿਆਰੇ, ਉਹਨਾਂ ਵਿੱਚ ਪ੍ਰੇਮ ਧਾਰੇ ਤੋਂ ਬਗੈਰ, ਧਾਰੇ ਤੋਂ ਬਿਨਾਂ, ਕਿ ਇਹ ਜੀਵ ਰੂਪ ਇਸਤਰੀ ਦੇ ਗਲ ਵਿੱਚੋਂ ਮੋਹ ਰੂਪੀ ਜੇਵੜੀਆ ਰੱਸੀ ਕਿਵੇਂ ਖੁੱਲ੍ਹੇਗੀ, ਭਾਵ ਵਾਸਨਾ ਰੂਪੀ ਰੱਸੀ ਕਿਵੇਂ ਖੁੱਲ੍ਹੇਗੀ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਤਿਸ ਹੀ ਕਾ ਸੋ ਹੋਵੈ। ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਸਮਝਾ ਰਹੇ ਹਨ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਗੁਰੂ ਸਾਹਿਬ ਜੀ ਦੇ ਜੋ ਹਰੀ ਅਕਾਲ ਪੁਰਖ ਦੀ ਪ੍ਰੀਤੀ ਦੇ ਪਿਆਰੇ ਹਨ, ਗੁਰੂ ਸਾਹਿਬ ਜੀ ਜੋ ਹਰੀ ਅਕਾਲ ਪੁਰਖ ਦੀ ਪ੍ਰੀਤੀ ਦੇ ਪਿਆਰੇ ਹਨ, ਉਹਨਾਂ ਦੇ ਉਪਦੇਸ਼ ਦੀ ਹਿਰਦੇ ਦੇ ਅੰਦਰ ਵਿਚਾਰ ਕਰੇ ਤਾਂ ਫਿਰ ਉਹ ਵਾਹਿਗੁਰੂ ਉਸ ਦਾ ਹੀ ਹੋ ਜਾਂਦਾ ਹੈ। ਭਾਵ ਨਾਮ ਜਪਣ ਵਾਲੀ ਜੀਵ ਰੂਪ ਇਸਤਰੀ ਦੇ ਉਹ ਪਰਮੇਸ਼ਰ ਬਸ ਹੋ ਜਾਂਦਾ ਹੈ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਤਿਸ ਹੀ ਕਾ ਸੋ ਹੋਵੈ। ਗੁਰੂ ਸਾਹਿਬ ਜੀ ਹਰੀ ਅਕਾਲ ਪੁਰਖ ਦੀ ਪ੍ਰੀਤੀ ਦੇ ਪਿਆਰੇ ਹਨ ਜਿਹੜੇ, ਉਹਨਾਂ ਦੇ ਉਪਦੇਸ਼ ਦੀ ਹਿਰਦੇ ਦੇ ਅੰਦਰ ਵਿਚਾਰ ਕਰੇ ਤਾਂ ਫਿਰ ਉਹ ਵਾਹਿਗੁਰੂ ਉਸ ਦਾ ਹੀ ਹੋ ਜਾਂਦਾ ਹੈ। ਭਾਵ ਨਾਮ ਜਪਣ ਵਾਲੀ ਜੀਵ ਰੂਪ ਇਸਤਰੀ ਦੇ ਉਹ ਪਰਮੇਸ਼ਰ ਅਕਾਲ ਪੁਰਖ ਬਸ ਹੋ ਜਾਂਦਾ ਹੈ। ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨਾ ਕੋਈ ਪਾਏਂਦਾ। ਕਿ ਜਿਹੜਾ ਕੋਈ ਕੰਮ ਪਰਮੇਸ਼ਰ ਦੇ ਹੁਕਮ ਦੇ ਵਿੱਚ ਕਰਦਾ ਹੈ, ਉਸੇ ਨੂੰ ਪਰਮੇਸ਼ਰ ਦਾ ਕਰਾਇਆ ਹੋਇਆ ਮੰਨਦਾ ਹੈ, ਫਿਰ ਉਹ ਆਵਾਗਮਨ ਦੇ ਵਿੱਚ ਨਹੀਂ ਪੈਂਦਾ। ਪੁੰਨ ਦਾਨ ਅਨੇਕ ਨਾਵਨ, ਕਿਉਂ ਅੰਤਰ ਮਲ ਧੋਵੈ। ਜੇ ਕੋਈ ਪੂਰਬ ਦੇ ਸਮੇਂ ਨੂੰ ਜਾਣ ਕਰਕੇ ਪੁੰਨ ਕਰੇ, ਪੁੰਨ ਦਾਨ ਅਨੇਕ ਨਾਵਣ, ਪੁੰਨ ਦਾਨ ਕਰੇ, ਸੋਤੇ ਦਾਨ ਦੇਈ ਜਾਣਾ ਅਤੇ ਅਨੇਕਾਂ ਤੀਰਥਾਂ 'ਤੇ ਨਹਾਵਣਾ, ਇਸ਼ਨਾਨ ਕਰੇ। ਇਸ ਨਾਲ ਕਿਉਂ ਅੰਤਰ ਮਲ ਧੋਵੈ,
ਇਸ ਨਾਲ ਅੰਤਰ ਅੰਦਰਲੀ ਮੈਲ ਦਵੈਤ ਆਦਿਕ ਦੀ ਕਿਵੇਂ ਧੋਤੀ ਜਾਵੇਗੀ। ਭਾਵ ਅੰਦਰਲੀ ਮੈਲ ਤੀਰਥਾਂ ਤੇ ਨਹਾ ਕੇ ਨਹੀਂ ਧੋਤੀ ਜਾਵੇਗੀ। ਨਾਮ ਬਿਨਾ ਗਤ ਕੋਇ ਨਾ ਪਾਵੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਵੀ ਗਤ ਮੁਕਤੀ ਨਹੀਂ ਪਾ ਸਕਦਾ। ਹੱਠ ਨਿਗ੍ਰਹਿ ਬੇਵਾਣੈ। ਭਾਵੇਂ ਕੋਈ ਹੱਠ, ਭਾਵੇਂ ਕੋਈ ਜਿੱਦ ਕਰਕੇ ਇੰਦਰੀਆਂ ਨੂੰ ਰੋਕ ਕੇ ਬੇਵਾਣੈ ਉਜਾੜਾਂ ਵਿੱਚ ਰਹਿਣ ਲੱਗ ਜਾਵੇ, ਇਉਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਕੋਈ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਜੇ ਤੇ ਆਪਣੀਆਂ ਇੰਦਰੀਆਂ ਨੂੰ ਜਿੱਦ ਕਰਕੇ ਰੋਕ ਲਵੇ, ਇਉਂ ਸਰੂਪ ਰੂਪੀ ਘਰ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸੰਸਾਰ ਰੂਪੀ ਉਜਾੜ ਵਿੱਚ ਹੀ ਤੁਰਿਆ ਫਿਰਦਾ ਹੈ। ਨਾਨਕ ਸੱਚ ਘਰ ਸ਼ਬਦ ਸੰਜਾਪੈ, ਦੁਵਿਧਾ ਮਹਿਲ ਕੇ ਜਾਣੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਰੂਪ ਰੂਪੀ ਘਰ ਵਾਲੇ ਪਰਮੇਸ਼ਰ ਨੂੰ ਸਿਆਣਿਆਂ ਭਾਵ ਪਛਾਣਿਆ ਜਾਂਦਾ ਹੈ। ਨਾਨਕ ਸੱਚ ਘਰ ਸ਼ਬਦ ਸੰਜਾਪੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੇ ਉਪਦੇਸ਼, ਗੁਰਾਂ ਦੀ ਬਾਣੀ, ਬਾਣੀ ਦੇ ਉਪਦੇਸ਼ ਦੁਆਰਾ ਸੱਚੇ ਸਰੂਪ ਰੂਪੀ ਘਰ ਵਾਲੇ ਪਰਮੇਸ਼ਰ ਨੂੰ ਸਿਆਣਿਆਂ ਭਾਵ ਪਛਾਣਿਆ ਜਾਂਦਾ ਹੈ। ਜਿਸ ਦੇ ਅੰਦਰ ਦੁਬਿਧਾ ਹੈ, ਉਹ ਜੀਵ ਰੂਪ ਇਸਤਰੀ ਆਪਣੇ ਮਹਿਲ, ਆਪਣੇ ਸਰੂਪ ਨੂੰ ਕਿਵੇਂ ਜਾਣ ਸਕਦੀ ਹੈ। ਦੁਬਿਧਾ ਮਹਿਲ ਕੇ ਜਾਣੈ ਕਿ ਜਿਸ ਦੇ ਅੰਦਰ ਦੁਬਿਧਾ ਹੈ, ਦੁਆਇਤ ਹੈ, ਉਹ ਜੀਵ ਰੂਪ ਇਸਤਰੀ ਆਪਣੇ ਮਹਿਲ, ਆਪਣੇ ਸਰੂਪ, ਆਪਣੇ ਪਰਮੇਸ਼ਰ ਨੂੰ ਕਿਵੇਂ ਜਾਣ ਸਕਦੀ ਹੈ। ਭਾਵ ਉਹ ਪਰਮੇਸ਼ਰ ਦੇ ਸਰੂਪ ਨੂੰ ਸਮਝ ਨਹੀਂ ਸਕਦੀ। ਅੱਗੇ ਸਤਿਗੁਰੂ ਜੀ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਦਾ ਯਤਨ ਤਕੀਦ ਵਾਰ-ਵਾਰ ਦ੍ਰਿੜ ਕਰਾਉਂਦੇ ਹਨ। ਭਾਵ ਉਪਦੇਸ਼ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੁੰਦਾ ਹੈ। ਮਹਾਰਾਜ ਜੀ ਬਾਣੀ ਦੁਆਰਾ ਸਮਝਾ ਰਹੇ ਹਨ, ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ, ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਾਪਾਰੋ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ, ਤੇਰਾ ਨਾਮ ਸੱਚਾ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਸੱਚਾ ਹੈ, ਤੁਹਾਡਾ ਨਾਮ ਵੀ ਸੱਚਾ ਹੈ ਅਤੇ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦਾ ਵਿਚਾਰ ਵੀ ਸੱਚਾ ਹੈ। ਜੋ ਗੁਰੂ ਦੀ ਬਾਣੀ, ਬਾਣੀ ਦੀ ਵਿਚਾਰ ਹੈ, ਇਹ ਵੀ ਸੱਚੀ ਹੈ ਕਿ ਹੇ ਬ੍ਰਹਮ ਬੇਤੇ, ਹੇ ਪਰਮੇਸ਼ਰ, ਤੁਹਾਡਾ ਨਿਰਣਾ, ਤੁਹਾਡਾ ਗਿਆਨ ਵੀ ਸੱਚਾ ਹੈ। ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਨਾਮ ਵੀ ਸੱਚਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਵਿਚਾਰ, ਗੁਰੂ ਦੀ ਬਾਣੀ, ਬਾਣੀ ਦੀ ਵਿਚਾਰ ਵੀ ਸੱਚੀ ਹੈ। ਹੇ ਸ਼ਬਦ, ਹੇ ਬ੍ਰਹਮ, ਤੁਹਾਡਾ ਵਿਚਾਰਨਾ, ਤੁਹਾਡਾ ਨਿਰਣਾ ਗਿਆਨ ਵੀ ਸੱਚਾ ਹੈ। ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਾਪਾਰੋ। ਹੇ ਪਰਮੇਸ਼ਰ ਜੀ, ਤੁਹਾਡਾ ਸਾਧ ਸੰਗਤ ਰੂਪੀ, ਤੁਰਿਆ ਪਦ ਰੂਪੀ, ਸਰੂਪ ਰੂਪੀ ਮਹਿਲ ਵੀ ਸੱਚਾ ਹੈ, ਤੁਹਾਡੀ ਸਤ ਸੰਗ ਵੀ ਸੱਚੀ ਹੈ ਅਤੇ ਨਾਮ ਦਾ ਵਪਾਰੋ, ਨਾਮ ਦਾ ਵਪਾਰ ਵੀ ਸੱਚਾ ਹੈ। ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਪਾਰੋ। ਹੇ ਪਰਮੇਸ਼ਰ ਜੀ, ਤੁਹਾਡਾ ਸਾਧ ਸੰਗਤ ਰੂਪੀ, ਤੁਰਿਆ ਪਦ ਰੂਪੀ, ਸਰੂਪ ਰੂਪੀ ਮਹਿਲ ਵੀ ਸੱਚਾ ਹੈ ਅਤੇ ਨਾਮ ਦਾ ਵਪਾਰੋ, ਵਪਾਰ ਵੀ ਸੱਚਾ ਹੈ। ਨਾਮ ਕਾ ਵਪਾਰ ਮੀਠਾ, ਭਗਤ ਲਾਹਾ ਅਨ ਦਿਨੋ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਉਸ ਪਰਮੇਸ਼ਰ ਦੇ ਨਾਲ ਜੁੜਨ ਬਾਰੇ ਕਿ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
हे परमेश्वर तेरे नाम ਦਾ ਜੋ ਤਾਨ ਮਾਨ ਧਨ ਦੇ ਕੇ ਵਪਾਰ ਕਰਨਾ ਹੈ। ਨਾਮ ਕਾ ਵਪਾਰ ਮੀਠਾ ਕਿ हे परमेश्वर तेरे ਨਾਮ ਦਾ ਜੋ ਤਾਨ ਮਾਨ ਧਨ ਦੇ ਕੇ ਵਪਾਰ ਕਰਦਾ ਹੈ, ਇਹ ਮੀਠਾ ਇਹ ਪਿਆਰਾ ਹੈ। ਅਤੇ ਭਗਤ ਲਾਹਾ ਅਨ ਦਿਨੋਂ, ਅਤੇ ਭਗਤ ਭਗਤੀ ਕਰਕੇ ਅਨ ਦਿਨੋਂ ਰਾਤ ਦਿਨ ਹੀ ਲਾਹਾ ਪ੍ਰਾਪਤ ਹੁੰਦਾ ਹੈ। ਅਵਿਦਿਆ ਰੂਪੀ ਰਾਤ ਮਿਟ ਕੇ ਗਿਆਨ ਰੂਪੀ ਦਿਨ ਚੜ੍ਹ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ, ਨਾਮ ਕਾ ਵਪਾਰ ਮੀਠਾ ਭਗਤ ਲਾਹਾ ਅਨ ਦਿਨੋਂ। हे परमेश्वर तेरे नाम ਦਾ ਜੋ ਤਨ ਮਨ ਧਨ ਦੇ ਕੇ ਵਪਾਰ ਕਰਨਾ ਹੈ, ਇਹ ਮੀਠਾ ਇਹ ਪਿਆਰਾ ਹੈ। ਅਤੇ ਭਗਤੀ ਕਰਕੇ ਅਨ ਦਿਨੋਂ ਰਾਤ ਦਿਨ ਹੀ ਲਾਭ ਪ੍ਰਾਪਤ ਹੁੰਦਾ ਹੈ। ਤਿਸ ਬਾਜ ਬਖਰ ਕੋਇ ਨਾ ਸੂਝੈ, ਨਾਮ ਲੇਵ ਹੋ ਖਿਨ ਖਿਨੋ। ਮਹਾਰਾਜ ਜੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਤਿਸ ਬਾਜ ਬਖਰ ਕੋਇ ਨਾ ਸੂਝੈ, हे परमेश्वर तेरे उस नाम ਦੇ ਵਪਾਰ ਤੋਂ ਬਾਜ ਬਿਨਾ ਹੋਰ ਕੋਈ ਬਖਰ ਹੋਰ ਕੋਈ ਸੌਦਾ ਲਾਭਦਾਇਕ ਨਹੀਂ ਸੁਝਦਾ। ਤਿਸ ਬਾਜ ਬਖਰ ਕੋਇ ਨਾ ਸੂਝੈ, हे परमेश्वर ਤੇਰੇ ਉਸ ਨਾਮ ਦੇ ਵਪਾਰ ਤੋਂ ਬਿਨਾ ਹੋਰ ਕੋਈ ਵੀ ਵੱਖਰ ਸੌਦਾ ਲਾਭਦਾਇਕ ਨਹੀਂ ਸੁਝਦਾ, ਭਾਵ ਦਿਸਦਾ ਨਹੀਂ ਹੈ। ਨਾਮ ਲੇਵੋ ਖਿਨ ਖਿਨੋ, ਇਸੇ ਕਰਕੇ ਖਿਨ ਖਿਨੋ, ਖਿਨ ਅੱਖਾਂ ਦੇ ਪਲਕਾਏ, ਅੱਖਾਂ ਦੇ ਪਲਕਾਰੇ ਜਿੰਨਾ ਸਮਾਂ, ਜਿਤਨਾ ਚਿਰ ਅੱਖ ਝਮਕਦੀ ਹੈ ਉਤਨਾ ਚਿਰ ਵੀ ਤੇਰਾ ਨਾਮ ਲੈਣਾ ਕਰਦੇ ਹਾਂ। ਘੱਟ ਸ਼ਬਦ ਕਹਿਆ ਦੋ ਖਿਨ ਗੁਜ਼ਰ ਜਾਂਦੇ ਹਨ ਕਿ ਤੇਰਾ ਨਾਮ ਅੱਖ ਦਾ ਝਮਕਣ ਜਿਤਨਾ ਸਮਾਂ ਵੀ ਲੈਣਾ ਲਾਭਦਾਇਕ ਹੈ। ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ, ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ। ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਦੀ ਸੱਚੀ ਕਿਰਪਾ ਸੱਚੀ ਨਾਦਰ ਹੋਈ ਹੈ, ਉਹਨਾਂ ਨੇ ਹਿਸਾਬ ਕਿਤਾਬ ਦਾ ਨਿਰਣਾ ਕਰਕੇ ਪੂਰਨ ਨਿਸ਼ਕਾਮ ਕਰਮਾਂ ਦਾ ਸਦਕਾ ਨਾਮ ਨੂੰ ਪਾਉਣਾ, ਭਾਵ ਨਾਮ ਨੂੰ ਪ੍ਰਾਪਤ ਕੀਤਾ ਹੈ। ਪਰਖ ਲੇਖਾ ਨਾਦਰ ਸਾਚੀ ਕਰਮ ਪੂਰੈ ਪਾਇਆ। ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਦੀ ਨਾਦਰ, ਗੁਰੂ ਸਾਹਿਬ ਜੀ ਦੀ ਸੱਚੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹਨਾਂ ਨੇ ਹਿਸਾਬ ਕਿਤਾਬ ਦਾ ਨਿਰਣਾ ਕਰਕੇ ਪੂਰਨ ਨਿਸ਼ਕਾਮ ਕਰਮਾਂ ਦਾ ਸਦਕਾ ਨਾਮ ਨੂੰ ਪਾਉਣਾ ਕੀਤਾ ਹੈ। ਉਹ ਵੱਡੇ ਕਰਮਾਂ ਵਾਲੇ ਹਨ ਜਿਨ੍ਹਾਂ ਨੇ ਗੁਰਾਂ ਤੋਂ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਉਹਨਾਂ ਨੇ ਸੱਚੇ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਸਾਰਾ ਲੇਖਾ ਸਾਰਾ ਹਿਸਾਬ ਕਿਤਾਬ ਪਛਾਣ ਲਿਆ ਹੈ। ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੈ ਸੱਚ ਪਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ ਵੱਡਾ ਹੈ, ਮਹਾ ਵੱਡਾ, ਰਸ ਭਾਵ ਬ੍ਰਹਮਾਨੰਦ ਦੇਣ ਵਾਲਾ ਮਿੱਠਾ ਪਿਆਰਾ ਹੈ, ਜੋ ਨਿਸ਼ਚੇ ਕਰਕੇ ਪੂਰਿਆਂ ਗੁਰਾਂ ਦੁਆਰਾ ਪਾਇਆ ਜਾਂਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ। ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੈ ਸੱਚ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਤੇਰਾ ਨਾਮ ਵੱਡਾ ਹੈ, ਰਸ ਵਾਲਾ ਹੈ, ਬ੍ਰਹਮਾਨੰਦ ਦੇਣ ਵਾਲਾ ਹੈ, ਮਿੱਠਾ ਹੈ, ਪਿਆਰਾ ਹੈ, ਜੋ ਨਿਸ਼ਚੇ ਕਰਕੇ ਪੂਰਿਆਂ ਗੁਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਰਾਗ ਗੌੜੀ ਪੂਰਬੀ ਛੰਤ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾ ਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ।
ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਸਾਤਨ ਬਿਨੋ ਕਰੇ ਜੀਓ, ਹਰ ਕੇ ਗੁਣ ਸਾਰੇ, ਕਿ ਸਾ ਉਹ ਜਗਿਆਸੂ ਰੂਪੀ ਇਸਤਰੀ, ਉੱਤਮ ਮਹਾਤਮਾ ਰੂਪ ਸਖੀ ਦੇ ਪਾਸ ਬਿਨੋ ਕਰੇ ਬੇਨਤੀ ਕਰਦੀ ਹੈ ਕਿ ਹੇ ਸਖੀ, ਮੈਨੂੰ ਹਰੀ ਅਕਾਲ ਪੁਰਖ ਦੇ ਗੁਣਾਂ ਦੇ ਸੰਭਾਲਣ ਦੀ ਵਿਧੀ ਦੱਸ, ਤਰੀਕਾ ਦੱਸ। ਐਸੀ ਕਿਰਪਾ ਕਰੋ ਤਾਂ ਜੋ ਮੈਂ ਸਾਰ ਰੂਪ ਹਰੀ ਦੇ ਗੁਣਾਂ ਨੂੰ ਕਥਨ ਕਰ ਸਕਾਂ। ਖਿਨ ਪਲ ਰਹਿ ਨਾ ਸਕੈ ਜੀਓ, ਬਿਨ ਹਰ ਪਿਆਰੇ। ਪਿਆਰੇ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਤੋਂ ਬਗੈਰ ਜਗਿਆਸੂ ਰੂਪੀ ਇਸਤਰੀ ਕਥਨ ਕਰਦੀ ਹੈ, ਮੇਰਾ ਚਿੱਤ ਪਾਲ ਘੜੀ ਦਾ 8ਵਾਂ ਹਿੱਸਾ ਹੁੰਦਾ ਹੈ ਕਿ ਇੱਕ ਘੜੀ ਵਿੱਚੋਂ ਬਹੁਤ ਥੋੜ੍ਹਾ ਸਮਾਂ ਹੀ ਨਹੀਂ ਰਿਹਾ ਜਾ ਸਕਦਾ। ਬਿਨ ਹਰ ਪਿਆਰੇ ਰਹਿ ਨਾ ਸਕੈ, ਗੌਰ ਬਿਨ ਮਹਿਲ ਨਾ ਪਾਈਐ। ਹਰੀ ਅਕਾਲ ਪੁਰਖ ਪਿਆਰੇ ਤੋਂ ਬਗੈਰ ਮੇਰਾ ਚਿੱਤ ਖੇਨ ਪਲ ਵੀ ਰਹਿ ਨਹੀਂ ਸਕਦਾ। ਤਾਂ ਮਹਾਤਮਾ ਰੂਪੀ ਸਖੀ ਕਹਿਣ ਲੱਗੀ ਕਿ ਸਤਿਗੁਰੂ ਜੀ ਤੋਂ ਬਗੈਰ ਸਰੂਪ ਰੂਪੀ ਤੁਰਿਆ ਪਦ ਰੂਪੀ ਸਰੂਪ ਨੂੰ ਨਹੀਂ ਪਾਇਆ ਜਾਂਦਾ। ਇਸੇ ਲਈ ਪੂਰੇ ਗੁਰਾਂ ਨੂੰ ਧਾਰਨ ਕਰੋ। ਜੋ ਗੁਰ ਕਹੈ ਸੋਈ ਪਰ ਕੀਜੈ। ਜਿਹੜਾ ਕੁਝ ਗੁਰੂ ਸਾਹਿਬ ਜੀ ਕਹਿਣ ਉਸ ਨੂੰ ਵਿਸ਼ੇਸ਼ ਕਰਕੇ ਕਰ ਅਤੇ ਪਦਾਰਥਾਂ ਦੀ ਤੀਵਰ ਇੱਛਾ ਰੂਪੀ ਅੱਗ ਨੂੰ ਬੁਝਾਉਣਾ ਕਰ। ਹੇ ਗੁਰਸਿੱਖੋ, ਸਤਿਗੁਰੂ ਸਾਹਿਬ ਜੀ ਦੇ ਹੁਕਮ, ਸਤਿਗੁਰੂ ਸਾਹਿਬ ਜੀ ਜੋ ਹੁਕਮ ਕਹਿਣਾ ਕਰਦੇ ਹਨ ਕਿ ਉਸ ਹੁਕਮ ਨੂੰ ਵਿਸ਼ੇਸ਼ ਕਰਕੇ ਮੰਨਣਾ ਚਾਹੀਦਾ ਹੈ। ਤ੍ਰਿਸ਼ਨਾ ਬ੍ਰਹਮ ਲੋਕ ਦੀ ਪ੍ਰਾਪਤੀ ਕਰਕੇ ਵੀ ਤ੍ਰਿਪਤ ਨਹੀਂ ਹੁੰਦਾ। ਕਰੋੜਾਂ ਬ੍ਰਹਿਮੰਡਾਂ ਨੂੰ ਤ੍ਰਿਸ਼ਨਾ ਰੂਪੀ ਅਗਨੀ ਸਾੜੀ ਜਾ ਰਹੀ ਹੈ। ਇਸ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਦੇ ਜਲ ਨਾਲ ਬੁਝਾਉਣਾ ਕਰ। ਹਰ ਸਾਚਾ ਸੋਈ, ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਐ ਸੁਖ ਨਾ ਪਾਏ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਸੱਚਾ ਹੈ। ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਅਚਲ ਨਹੀਂ ਰਹਿ ਸਕਦਾ। ਵਾਹਿਗੁਰੂ ਦੇ ਸਿਮਰਨ ਭਾਵ ਸੇਵਨ ਕਰਨ ਤੋਂ ਬਗੈਰ ਕੋਈ ਵੀ ਜੀਵ ਸੁਖ ਨਹੀਂ ਪ੍ਰਾਪਤ ਕਰ ਸਕਦਾ। ਨਾਨਕ ਸਾ ਤਨ ਮਿਲੈ ਮਿਲਾਈ, ਜਿਸਨੋਂ ਆਪ ਮਿਲਾਏ। ਸਤਿਗੁਰੂ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਉਹ ਜਗਿਆਸੂ ਰੂਪੀ ਇਸਤਰੀ ਵਾਹਿਗੁਰੂ ਦੀ ਮਿਲਾਈ ਹੋਈ ਮਿਲਦੀ ਹੈ, ਜਿਸ ਨੂੰ ਪਰਮੇਸ਼ਰ ਆਪ ਆਪਣੇ ਸਰੂਪ ਦੇ ਗਿਆਨ ਵਿੱਚ ਮਿਲਾ ਲੈਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਨ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ